ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਨ ਤੇ ਅੱਜ ਬਹੁਤ ਹੀ ਖਾਸ ਸ਼ੋਅ ਲੈ ਕੇ ਹਾਜ਼ਰ ਹਾਂ। ਖਾਸ ਇਸ ਲਈ ਕਿਉਂਕਿ ਇਸ ਸ਼ੋਅ ਦੇ ਵਿੱਚ ਤੁਸੀਂ ਲਾਈਵ ਗੱਲਾਂ ਬਾਤਾਂ ਕਰਨੀਆਂ, ਆਪਣੇ ਸਵਾਲ ਕਰ ਸਕਦੇ ਹੋ। ਐਕਸਪਰਟ ਦੇ ਨਾਲ ਸਿੱਧੀ ਗੱਲ ਆਪਣੇ ਘਰੇ ਬੈਠੇ ਆਪਣੇ ਫੋਨ ਤੋਂ ਕੀਤੀ ਜਾ ਸਕਦੀ ਹੈ। ਲਾਈਵ ਕਾਉਂਸਲਿੰਗ ਸੈਸ਼ਨ ਰਹੇਗਾ। ਕੋਈ ਵੀ ਸਵਾਲ ਤੁਹਾਡਾ ਐਡਮਿਸ਼ਨ ਨੂੰ ਲੈ ਕੇ, ਰਿਜੈਕਸ਼ਨ ਨੂੰ ਲੈ ਕੇ, ਇਨਟੇਕਸ ਨੂੰ ਲੈ ਕੇ ਹੈਗਾ ਤਾਂ ਬਿਲਕੁਲ ਸਾਂਝਾ ਕੀਤਾ ਜਾ ਸਕਦਾ। ਹਰ ਸਾਲ ਦਾ ਜਵਾਬ ਦੇਣ ਲਈ ਕ੍ਰੀਏਟਿਵ ਫਿਊਚਰ ਤੋਂ ਗੁਰਪ੍ਰੀਤ ਜੀ ਮੇਰੇ ਨਾਲ ਮੌਜੂਦ ਨੇ। ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ। ਸੋ ਗੁਰਪ੍ਰੀਤ ਜੀ ਅੱਜ ਸਾਡੇ ਨਾਲ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਕਾਈਂਡਲੀ ਟੀਵੀ ਦੇ ਨੇੜੇ ਨਾ ਰਹਿ ਕੇ ਥੋੜਾ ਦੂਰ ਤੋਂ ਸਵਾਲ ਕਰਿਓ ਤੇ ਰੇਂਜ 'ਚ ਰਹਿ ਕੇ ਕਰਿਓ ਤਾਂ ਕਿ ਇੱਕ ਸਹੀ ਸਵਾਲ ਸਾਡੇ ਤੱਕ ਕਲੀਅਰਲੀ ਪਹੁੰਚ ਪਾਵੇ। ਮੈਮ ਅੱਜ +2 ਵਾਲੇ ਪੇਪਰ ਆਲਮੋਸਟ ਖਤਮ ਹੋ ਗਏ, ਰਿਜ਼ਲਟ ਦੀ ਹੁਣ ਵੇਟਿੰਗ ਹੈ, ਬੱਚੇ ਆਇਲਸ ਦੇ ਵੱਲ ਹੋ ਗਏ ਆ। ਹਾਂਜੀ ਕੁਛ ਬਟ ਤਿਆਰੀ ਉਹ ਹਾਂਜੀ ਕਿੱਦਾਂ ਹੋਣੀ ਚਾਹੀਦੀ ਹੈ? ਕਿਉਂਕਿ ਬੜੀਆਂ ਚੀਜ਼ਾਂ ਨੇ, ਜਦੋਂ ਬੱਚਾ ਰਿਜ਼ਲਟ ਲੈ ਕੇ ਵੀ ਚਲਾ ਜਾਂਦਾ ਫਿਰ ਪਤਾ ਲੱਗਦਾ ਜੀ ਬੱਚੇ ਦਾ ਤਾਂ ਅਕਾਊਂਟ ਹੈ ਨਹੀਂ, ਪੈਰੈਂਟਸ ਦੇ ਪੈਨ ਕਾਰਡ ਹੈ ਨਹੀਂ, ਉਹ ITRs ਨਹੀਂ ਭਰਦੇ, ਜੀ ਉੱਥੇ ਜਾ ਕੇ ਫਿਰ ਇੱਕਦਮ ਸਾਰਾ ਕੁਝ ਜਿਹੜਾ ਰੁਕ ਜਾਂਦਾ। ਪਹਿਲਾਂ ਹੀ ਕੀ ਤਿਆਰੀ ਕਰ ਲੈਣ? ਦੇਖੋ ਅਮਨ ਜੀ, ਸਭ ਤੋਂ ਪਹਿਲਾਂ ਬੱਚਿਆਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਜਿਹੜੀ ਆ ਉਹ ਮੈਨੇਜ ਹੋਣੀ ਚਾਹੀਦੀ ਹੈ। ਦੂਸਰੀ ਗੱਲ ਹੈ ਕਿ ਅਕਾਊਂਟ ਦੇ ਵਿੱਚ ਜਦੋਂ ਪੇਮੈਂਟ ਮੈਨੇਜ ਹੋਊਗੀ, ਨਾਲ ਦੀ ਨਾਲ ਜਦੋਂ ਤੁਸੀਂ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਲਈ ਉਦੋਂ ਜੂਝਦੇ ਹੋ ਜਦੋਂ ਤੁਹਾਡੇ ਕੋਲ ਆਫਰ ਲੈਟਰ ਆ ਜਾਂਦਾ, GIC ਅਕਾਊਂਟ ਜਿਹੜਾ ਉਹ ਤਿਆਰ ਹੁੰਦਾ ਹੈ ਤੇ ਫਿਰ ਤੁਹਾਡੇ ਤੋਂ ਪੇਮੈਂਟ ਟ੍ਰਾਂਸਫਰ ਨਹੀਂ ਹੁੰਦੀ, ਤੁਹਾਡਾ ਬੈਂਕ 100 ਫਾਰਮੈਲਿਟੀਜ਼ ਮੰਗਦਾ ਹੈ, ਫਿਰ ਤੁਸੀਂ ਜਾ ਕੇ ਵੈਸਟਰਨ ਯੂਨੀਅਨ ਵਾਲਿਆਂ ਦਾ ਸਹਾਰਾ ਲੈਂਦੇ ਹੋ, ਫਿਰ ਤੁਹਾਨੂੰ ਲੱਗਦਾ ਕਿ ਇੱਥੇ ਚਾਰਜਿਸ ਜ਼ਿਆਦਾ ਹੈ, ਫਿਰ ਸਾਡੇ ਕੋਲ ਆਉਂਦੇ ਹੋ ਤੁਸੀਂ ਮੈਮ ਕਿਵੇਂ ਨਾ ਕਿਵੇਂ ਕਰਾ ਦਿਓ। ਇਸ ਕਰਕੇ ਆਪਣੀ ਪਹਿਲਾਂ ਹੀ ਤਿਆਰੀ ਕਰਕੇ ਰੱਖੋ। ਇੱਕ ਤੁਹਾਨੂੰ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਲਈ ਪੈਨ ਕਾਰਡ ਹੋਣਾ ਬਹੁਤ ਇੰਪੋਰਟੈਂਟ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਬਾਕੀ ਸਾਡੇ ਪੰਜਾਬ ਦੇ ਰਿਜ਼ਲਟਸ ਵੀ ਡਿਕਲੇਅਰ ਹੋ ਜਾਣਗੇ ਥੋੜ੍ਹੀ ਦੇਰ ਤੱਕ, ਕਿਉਂਕਿ UK ਹੋਰ ਜਿਹੜੇ ਸਟੇਟ ਆ ਉੱਥੋਂ ਸਟੂਡੈਂਟਸ ਦੀਆਂ ਸਾਨੂੰ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ ਹੈ। UK ਮੀਨਸ ਮੈਂ ਉੱਤਰਾਖੰਡ ਦੀ ਗੱਲ ਕਰ ਰਹੀ ਹਾਂ, ਔਰ ਜੇ ਮੈਂ ਗੱਲ ਕਰਾਂ ਰਾਜਸਥਾਨ ਦੇ ਬੋਰਡ ਦੇ ਵੀ ਰਿਜ਼ਲਟ ਜਿਹੜੇ ਉਹ ਡਿਕਲੇਅਰ ਹੋ ਚੁੱਕੇ ਨੇ ਤੇ ਉੱਥੋਂ ਬੱਚੇ ਸਾਡੇ ਕੋਲ ਇਸ ਟਾਈਮ ਆਉਣਾ ਸਟਾਰਟ ਹੋ ਗਏ ਨੇ। ਤੇ ਹੁਣ ਅਸੀਂ ਕੰਡੀਸ਼ਨਲ ਆਫਰ ਲੈਟਰ ਜਿਹੜੀਆਂ ਜਨਵਰੀ ਇਨਟੇਕ ਦੀਆਂ ਬੱਚਿਆਂ ਦੀਆਂ ਮੰਗਾਉਣੀਆਂ ਸਟਾਰਟ ਕਰ ਦਿੱਤੀਆਂ। ਕਾਲਜਿਸ ਯੂਨੀਵਰਸਿਟੀ ਨੇ ਕੰਡੀਸ਼ਨਲ ਆਫਰ ਲੈਟਰ ਇਸ ਟਾਈਮ ਦੇਣੀਆਂ ਸਟਾਰਟ ਕਰ ਦਿੱਤੀਆਂ। ਜੇ ਪੰਜਾਬ ਦੇ ਵੀ ਬੱਚੇ ਹਜੇ ਭਾਵੇਂ ਤੁਹਾਡੇ ਰਿਜ਼ਲਟ ਡਿਕਲੇਅਰ ਨਹੀਂ ਹੋ ਰਹੇ, ਫਿਰ ਵੀ ਤੁਸੀਂ ਇੱਥੇ ਕੀ ਕਰ ਸਕਦੇ ਹੋ ਕਿ ਆਪਣੀ ਜਿਹੜੀ ਕੰਡੀਸ਼ਨਲ ਆਫਰ ਲੈਟਰ ਹੈ ਰਿਜ਼ਲਟ ਦੇ ਬੇਸ ਤੇ ਮੰਗਾ ਸਕਦੇ ਹੋ। ਜਿਹੜਾ ਤੁਹਾਡਾ ਪੁਰਾਣਾ ਰਿਜ਼ਲਟ ਸੀਗਾ ਉਹ ਤੁਹਾਡਾ ਸਕੂਲ ਵਾਲੇ ਸਾਨੂੰ ਬਣਾ ਕੇ ਇੱਕ ਮਾਰਕਸ਼ੀਟ ਪੁਰਾਣੀ ਦੇ ਦੇਣ, ਉਸ ਬੇਸ ਤੇ ਤੁਸੀਂ ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਆਪਣੀ ਤਿਆਰੀ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕੰਡੀਸ਼ਨਲ ਤੋਂ ਬਿਨਾਂ ਵੀ ਤਿਆਰੀ ਕਰਨੀ ਹੈ ਤਾਂ ਵੀ ਆਪਣੀ ਹੁਣੇ ਤੋਂ ਤਿਆਰੀ ਕਰਨੀ ਸਟਾਰਟ ਕਰ ਦਿਓ। ਜਿਹੜੇ ਪੈਰੈਂਟਸ ਨੇ ਕੁਝ ਜਿਹੜੇ ਫਾਰਮਿੰਗ ਨਾਲ ਰਿਲੇਟਡ ਨੇ, ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਰਿਟਰਨ ਨਹੀਂ ਭਰਦੇ ਤਾਂ ਸਾਡੇ ਬੱਚੇ ਨੂੰ ਕੋਈ ਦਿੱਕਤ ਤਾਂ ਨਹੀਂ ਆਏਗੀ, ਜਾਂ ਉਹ ਰਿਟਰਨਾਂ ਸ਼ੁਰੂ ਕਰ ਲੈਣ, ਪੈਡ ਕਰਨ ਭਰਵਾ ਲੈਣ, ਉਹ ਵੀ ਆਪਣੀ ਤਿਆਰੀ ਸ਼ੁਰੂ ਕਰ ਲੈਣ। ਬਿਲਕੁਲ, ਜਿਹੜੇ ਫਾਰਮਰ ਦੇ ਬੱਚੇ ਆ ਦੇਖੋ ਅਮਨ ਜੀ, ਉਹਨਾਂ ਦੀ ਪੈਨ ਕਾਰਡ ਤੇ ਸਾਰੀ ਇਨਕਮ ਤਾਂ ਪ੍ਰੂਫ ਜਿਹੜੀ ਉਹ ਨਹੀਂ ਸ਼ੋ ਹੋਣੀ। ਜੇ ਫਾਰਮ ਸਾਨੂੰ ਨਾਲ ਲੈਣੇ ਪੈਣੇ ਆ ਹੈਲਪ ਦੇ ਲਈ, ਬਟ ਫਿਰ ਵੀ ਸਾਡੇ ਕੋਲ ਇੱਕ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੇ ਲਈ ਪੈਨ ਕਾਰਡ ਔਰ ITR ਜ਼ਰੂਰ ਭਰੀ ਹੋਣੀ ਚਾਹੀਦੀ ਹੈ। ਜੋ ਵੀ ਤੁਹਾਡਾ ਛੋਟਾ ਮੋਟਾ ਬਿਜ਼ਨਸ ਆ, ਜਿਵੇਂ ਕਿ ਡੇਅਰੀ ਫਾਰਮਿੰਗ, ਔਰ ਉਹਦੇ ਲਈ ਤਾਂ ਤੁਹਾਨੂੰ ਪੈਨ ਕਾਰਡ ਔਰ ITR ਨਹੀਂ ਚਾਹੀਦੀ, ਬਟ ਹੋਰ ਰਿਲੇਟਡ ਕੁਝ ਬਿਜ਼ਨਸ ਹੁੰਦੇ ਆ ਬੰਦੇ ਦੇ, ਉਹਨਾਂ ਦੀ ਜ਼ਰੂਰ ਤੁਸੀਂ ITR ਫਿਲਅਪ ਕਰੋ, ਕਿਉਂਕਿ ਇਹਦੇ ਤੋਂ ਬਿਨਾਂ ਸਾਡੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਵੀ ਨਹੀਂ ਹੋਣੀ। ਤੇ ਦੂਸਰੀ ਗੱਲ ਆ, ਜਦੋਂ ਅਸੀਂ ਇਨਕਮ ਸੋਰਸ ਆਪਣਾ ਦਿਖਾਉਂਦੇ ਆ ਤੇ ਜਦੋਂ ਅਲੱਗ-ਅਲੱਗ ਸਾਡੇ ਕੋਲ ਇਨਕਮ ਸੋਰਸ, ਚਲੋ ਖੇਤੀਬਾੜੀ ਦਾ ਤੁਹਾਡਾ ਇੱਕ ਜੱਦੀ ਪੋਸ਼ਤੀ ਕੰਮ ਆ, ਉਹਨੂੰ ਆਪਾਂ ਦਿਖਾਵਾਂਗੇ, ਬਟ ਨਾਲ ਪੈਰਲਲ ਇੱਕ ਇਨਕਮ ਤੁਹਾਡੀ ਹੋਵੇ ਤਾਂ ਬਹੁਤ ਵਧੀਆ ਗੱਲ ਆ। ਕੱਲ੍ਹ ਦੇ ਦਿਨ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਤੇ ਤੁਹਾਡੀ ਆਫਰ ਲੈਟਰ ਬੱਚੇ ਦੀ ਕਈ ਵਾਰ ਉਹ ਰਿਫਿਊਜ਼ਲ ਆ ਜਾਂਦੀ ਆ, ਉਹਨਾਂ ਚੀਜ਼ਾਂ ਦੀ ਆਪਾਂ ਜ਼ਰੂਰ ਤਿਆਰੀ ਕਰਕੇ ਰੱਖੀਏ। ਦੇਖੋ ਆਈਲੈਟ ਸਕੋਰ ਬੱਚੇ ਦੀ ਕੈਪੈਸਿਟੀ ਆ, ਬਾਕੀ ਡਾਕੂਮੈਂਟਸ ਅਸੀਂ ਆਪਣੇ ਰੈਡੀ ਕਰ ਸਕਦੇ ਹਾਂ। ਜੋ ਸਾਡਾ ਬਿਜ਼ਨਸ ਹੈਗਾ, ਆਪਣੇ ਆਪ ਨੂੰ ਇੱਕ ਸਟਰੋਂਗ ਬਿਜ਼ਨਸਮੈਨ ਦਿਖਾਉਣ ਦੀ ਨਹੀਂ, ਤੁਸੀਂ ਹੁੰਨੇ ਹੋ, ਤੁਹਾਨੂੰ ਉਹ ਪੇਪਰ ਵਰਕ ਕੰਪਲੀਟ ਨਹੀਂ ਹੁੰਦਾ, ਉਸ ਟਾਈਮ ਅਸੀਂ ਕੁਝ ਨਹੀਂ ਕਰ ਸਕਦੇ, ਉਦੋਂ ਅਸੀਂ ਹੈਲਪਲੈਸ ਹੋ ਜਾਂਦੇ ਹਾਂ। ਹੁਣ ITR ਇਸ ਟਾਈਮ ਭਰੀਆਂ ਵੀ ਜਾ ਰਹੀਆਂ ਨੇ। ਤੁਸੀਂ ਆਪਣੇ ਜੇ ਕੋਈ ਬੈਕ ਬਿਜ਼ਨਸ ਦੀ ITR ਨਹੀਂ ਫਿਲਅਪ ਕੀਤੀ, ਤਿਆਰੀ ਕਰਕੇ ਰੱਖ ਲਓ, ITR ਭਰੋ, ਪੈਨ ਕਾਰਡ ਰੈਡੀ ਰੱਖੋ। 6 ਮਹੀਨੇ ਦੇ ਜੇ ਫਾਰਮ ਤੁਹਾਡੇ 1-1 ਸਾਲ ਦੇ ਚਾਹੀਦੇ ਆ, 6 ਮਹੀਨੇ ਦੇ ਹੁਣ ਲੈ ਲਓ, 6 ਮਹੀਨੇ ਦੇ ਤੁਹਾਡੇ ਕੋਲ ਪੁਰਾਣੇ ਹੋਣਗੇ। ਸਾਰੀਆਂ ਤਿਆਰੀਆਂ ਕਰਕੇ ਰੱਖੋ। ਬੱਚੇ ਵੀ ਆਪਣੇ ਆਈਲੈਟਸ ਦੀ ਤਿਆਰੀ ਕਰਨੀ ਸਟਾਰਟ ਕਰ ਦੇਣ, ਭਾਵੇਂ ਤੁਹਾਡੇ +2 ਦੇ ਪੇਪਰ ਹੋ ਗਏ, ਰਿਜ਼ਲਟ ਡਿਕਲੇਅਰ ਨਹੀਂ ਹੋਏ, ਬਟ ਆਈਲੈਟਸ ਲਈ ਕੋਈ ਤੁਹਾਡਾ ਰਿਜ਼ਲਟ ਡਿਕਲੇਅਰ ਹੋਣਾ ਜ਼ਰੂਰੀ ਨਹੀਂ ਆ। ਹੁਣੇ ਆਪਣਾ ਪੇਪਰ ਦੇ ਲਓ। ਇਹ ਨਾ ਹੋਵੇ ਕਿ ਜਦੋਂ ਨੂੰ ਰਿਜ਼ਲਟ ਆਵੇ ਉਦੋਂ ਤੁਸੀਂ ਆਪਣੀ ਕੋਚਿੰਗ ਸਟਾਰਟ ਕਰੋ ਤੇ ਫਿਰ ਤੁਸੀਂ ਆਪਣਾ ਜਿਹੜਾ ਪੇਪਰ ਦਿਓ, ਫਿਰ ਤੁਹਾਡਾ ਉਹਦੇ ਵਿੱਚ 6 ਮਹੀਨੇ 8 ਮਹੀਨੇ 9 ਮਹੀਨੇ ਸਾਲ ਲੰਘ ਜਾਂਦਾ ਹੈ, ਫਿਰ ਗੈਪ ਵਧੀ ਜਾਂਦਾ ਹੈ, ਫਿਰ ਉਹ ਗੈਪ ਵੀ ਇੱਕ ਨੈਗੇਟਿਵ ਇੰਪੈਕਟ ਪਾਉਂਦਾ ਹੈ ਤੁਹਾਡੇ ਪ੍ਰੋਫਾਈਲ ਦੇ ਉੱਤੇ। ਮੈਂ ਕਾਲ ਲੈਂਦਾ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਰ, ਮੈਂ ਆਪਣੇ ਨਾ ਬ੍ਰਦਰ ਬਾਰੇ ਪੁੱਛਣਾ ਸੀਗਾ। ਜੀ ਮੈਮ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਉਹਨਾਂ ਨੇ ਨਾ +2 ਕੀਤੀ ਆ 2021 ਵਿੱਚ। ਓਕੇ ਜੀ, ਕਿਸ ਸਟਰੀਮ ਦੇ ਵਿੱਚ?
ਆਰਟਸ ਦੇ ਨਾਲ ਕੀਤੀ 86% ਆ। 86% ਹੈ, ਓਕੇ ਜੀ। ਹਾਂਜੀ ਤੇ ਓਵਰਆਲ 6.5 ਬੈਂਡ ਆ ਤੇ ਇੱਕ ਬੱਚੇ 5.5 ਆ ਰਾਈਟਿੰਗ ਤੋਂ। ਓਕੇ। ਹਾਂਜੀ ਮੈਂ 3-4 ਵਾਰੀ ਉਹਨੇ ਐਗਜ਼ਾਮ ਦੇ ਦਿੱਤਾ ਬਟ ਇੰਪਰੂਵ ਨਹੀਂ ਹੋ ਰਹੇ, ਸਫਲ ਨਹੀਂ ਹੋ ਰਹੇ ਆ ਬੈਂਡ। ਮਤਲਬ ਕਦੀ ਕਿਸੇ ਚੋਂ 5.5, ਕਦੀ ਕਿਸੇ ਚੋਂ 5.5। ਹਾਂਜੀ ਤੇ ਕਿਸ ਕੰਟਰੀ ਦਾ ਹੋ ਜਾਏਗਾ, ਆਸਟ੍ਰੇਲੀਆ ਜਾਂ ਕੈਨੇਡਾ ਦਾ? ਤੁਹਾਡਾ ਇੰਟਰਸਟ ਕੀ ਹੈ? ਫਿਰ ਮੈਂ ਉਸ ਹਿਸਾਬ ਨਾਲ ਮੈਮ ਨੂੰ ਸਵਾਲ ਕਰ ਲੈਣਾ ਜੀ। ਮਤਲਬ ਤੇ ਤੁਸੀਂ ਸਾਡਾ ਮੇਨ ਮੋਟਿਵ ਦਾ ਵੀਜ਼ਾ ਲੈਣਾ ਹੀ ਆ ਨਾ, ਕਿ ਵੀਜ਼ਾ ਆਪਾਂ ਨੂੰ ਆ ਜਾਵੇ। ਜੀ ਦੋਨਾਂ ਦੇ ਬਿਲਕੁਲ ਤੁਸੀਂ ਟੀਵੀ ਤੋਂ ਜਵਾਬ ਲੈ ਲਓ, ਦੋਨਾਂ ਦੇ ਪ੍ਰੋਸੈਸ ਅਲੱਗ ਨੇ। ਇੱਕ ਦੇ ਵਿੱਚ ਫੰਡ ਸ਼ੋ ਕਰਨੇ ਆ, ਇੱਕ 'ਚ GIC ਖੁੱਲ੍ਹਣਾ, ਪਰ ਇਹ ਨੌਨ SDS 'ਚ ਵੀ ਨਾਲ ਫੰਡ ਜਾਣਗੇ ਜੀ। ਕੀ ਤੁਹਾਡਾ ਕੀ ਮੰਨਣਾ? ਹੁਣ ਬੱਚੇ ਨੇ ਛੱਡਤਾ ਜੀ, ਸਹੀ ਤਾਂ ਵੀਜ਼ਾ ਚਾਹੀਦਾ, ਜਿੱਥੇ ਚਾਂਸਸ ਜ਼ਿਆਦਾ ਨੇ ਉਹ ਦੱਸੋ ਪ੍ਰੋਫਾਈਲ ਮੁਤਾਬਿਕ। ਦੇਖੋ ਅਮਨ ਜੀ, ਆਪਾਂ ਦੋਨੋਂ ਕੰਟਰੀ ਅਪਲਾਈ ਕਰ ਸਕਦੇ ਹਾਂ, ਕੈਨੇਡਾ ਵੀ, ਕਿਉਂਕਿ 80% ਬੱਚੇ ਦੀ ਮੈਟਰ ਕਰਦੀ ਆ। ਤੇ ਕਿਤੇ ਨਾ ਕਿਤੇ ਬੱਚੇ ਦੇ ਮਾਈਂਡ 'ਚ ਹੁੰਦਾ ਕਿ ਮੈਂ ਨੌਨ SDS ਪ੍ਰੋਫਾਈਲ ਪੁੱਟ ਆਨ ਨਹੀਂ ਕਰਨੀ, ਕਿਉਂਕਿ ਕੈਟਾਗਰੀ ਨੌਨ SDS ਜਾਊਗੀ, ਬੱਚੇ ਦੀ ਐਡਮਿਸ਼ਨ SDS ਕਾਲਜ ਦੇ ਵਿੱਚ ਹੋ ਜੂਗੀ। ਇਸ ਬੇਸ ਤੇ ਅਸੀਂ ਫਿਰ ਕੀ ਕਰਦੇ ਹਾਂ ਕਿ ਅਸੀਂ ਬੱਚੇ ਨੂੰ ਆਸਟ੍ਰੇਲੀਆ ਆਪਸ਼ਨ ਦੇਵਾਂਗੇ ਕਿ ਤੁਸੀਂ ਆਸਟ੍ਰੇਲੀਆ ਅਪਲਾਈ ਕਰੋ। ਪਰ ਜੇ ਬੱਚਾ ਤਿਆਰ ਹੈ ਕਿ ਨੌਨ SDS ਫਾਈਲ ਨੂੰ ਅਸੀਂ ਪੁੱਟ ਆਨ ਕਰ ਸਕਦੇ ਹਾਂ, SDS ਵਾਲੇ ਰੂਲ ਐਂਡ ਰੈਗੂਲੇਸ਼ਨਸ ਫੋਲੋ ਕਰਕੇ ਕੈਨੇਡਾ ਵਿੱਚ ਵੀ ਬੱਚੇ ਦਾ ਵੀਜ਼ਾ ਕੱਢਿਆ ਜਾ ਸਕਦਾ ਹੈ, ਵੀਜ਼ਾ ਲਿਆ ਜਾ ਸਕਦਾ ਹੈ। ਬਟ ਤੁਹਾਡੇ ਕੋਲ ਦੋਨੋਂ ਆਪਸ਼ਨ ਨੇ, ਆਰਾਮ ਨਾਲ ਸੋਚੋ ਕਿ ਕਿੱਥੇ ਆਪਾਂ ਅਪਲਾਈ ਕਰਨਾ ਹੈ। 2021 ਪਾਸ ਆਊਟ ਹੈ, ਬਟ ਆਪਾਂ ਆਪਣਾ ਟਾਈਮ ਨਾ ਵੇਸਟ ਕਰੀਏ। ਸਤੰਬਰ ਇਨਟੇਕ ਕੁਝ ਸੀਟਸ ਕੈਨੇਡਾ 'ਚ ਵੀ ਅਵੇਲੇਬਲ ਹੈਗੀਆਂ ਨੇ ਤੇ ਆਸਟ੍ਰੇਲੀਆ 'ਚ ਵੀ ਸਾਡੇ ਕੋਲ ਸਤੰਬਰ ਇਨਟੇਕ ਦੀਆਂ ਸੀਟਸ ਅਵੇਲੇਬਲ ਨੇ। ਐਡਮਿਸ਼ਨ ਕਰਵਾਓ ਔਰ ਡਿਸੀਜਨ ਲਓ। ਬਰੈਂਪਟਨ, ਮੈਨੀਟੋਬਾ, ਮੌਂਟਰੀਅਲ, ਕਿਹੜਾ ਏਰੀਆ ਜਿੱਥੇ ਸੀਟਸ ਅਵੇਲੇਬਲ ਹੈਗੀਆਂ? ਦੇਖੋ ਅਮਨ ਜੀ, ਜੇ ਮੈਂ ਸਪੈਸੀਫਿਕ ਏਰੀਆ ਦੀ ਗੱਲ ਕਰਾਂ ਕਿ ਟੋਰਾਂਟੋ ਦੇ ਵਿੱਚ ਮੇਰੇ ਕੋਲ ਸੀਟਸ ਅਵੇਲੇਬਲ ਆ ਜਾਂ ਵੈਨਕੂਵਰ ਦੇ ਵਿੱਚ ਅਵੇਲੇਬਲ ਆ, ਇਹ ਮੈਂ ਨਹੀਂ ਬੋਲ ਸਕਦੀ, ਨਾ ਮੈਂ ਦੱਸ ਸਕਦੀ ਹਾਂ ਇੱਥੇ ਕਿ ਕਿਹੜੇ ਏਰੀਆ 'ਚ ਆ, ਕਿਉਂਕਿ ਰੋਜ਼ ਦੀ ਜਿਹੜੀ ਵੀਕਲੀ ਅਪਡੇਸ਼ਨ ਆ ਸਾਡੇ ਕੋਲ। ਅੱਜ ਹੁਣ ਤਾਂ ਟੋਰਾਂਟੋ ਹੈਗੀ ਹੈ, ਬੋਲਦੀ ਹੈ, ਮੁੜ ਕੇ ਪਰਸੋਂ ਤੁਸੀਂ ਆਓ ਨਾ ਹੋਵੇ। ਇਸ ਕਰਕੇ ਜਦੋਂ ਤੁਸੀਂ ਆਓਗੇ ਉਦੋਂ ਹੀ ਅਸੀਂ ਕਨਫਰਮ ਕਰਕੇ ਦੱਸ ਸਕਦੇ ਹਾਂ ਕਿ ਸਾਡੇ ਕੋਲ ਸੀਟਸ ਕਿਹੜੀ ਸਟੇਟ ਦੀ ਕਿੱਥੇ ਅਵੇਲੇਬਲ ਹੈ ਕੈਨੇਡਾ ਦੇ ਬਿਲਕੁਲ। ਨੈਕਸਟ ਕਾਲ। ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਜੀ ਮੈਮ, ਕੀ ਸਵਾਲ ਹੈ? ਸਰ ਰਮਨਦੀਪ ਬੋਲ ਰਹੇ ਆ ਫਾਜ਼ਿਲਕਾ ਤੋਂ। ਜੀ ਰਮਨ ਜੀ। ਸਰ ਮੈਂ ਯੂਕੇ ਦੇ ਬਾਰੇ ਪੁੱਛਣਾ ਸੀਗਾ। ਮੈਂ ਵੈਸੇ ਪੀਟੀ ਕੀਤੀ ਹੋਈ ਹੈ। ਹਾਂਜੀ ਮੈਮ, ਦੱਸੋ ਕੀ ਪ੍ਰੋਫਾਈਲ ਕੀ ਹੈ? ਸਰ ਮੈਂ ਪੀਟੀ ਕੀਤੀ 56 ਮੇਰੇ ਓਵਰਆਲ ਨੇ ਤੇ ਵੈਸੇ ਮੈਂ ਕੇਐਮ ਕੀਤੀ ਹੋਈ ਹੈ ਤੇ 2021 ਚ ਕੀਤੀ ਸੀਗੀ। ਤੇ ਮੈਂ ਇਹ ਪੁੱਛਣਾ ਸੀਗਾ ਯੂਕੇ ਦਾ ਕਿਹੜਾ ਟੇਕ ਹੋ ਸਕਦਾ ਹੈ? ਪੀਟੀ ਹੈ ਜੀ 56। ANM ਕੀਤੀ ਹੈ 2021 ਚ? ਹਾਂਜੀ ਹਾਂਜੀ, ਇਹ ਸਪਾਊਸ ਦਾ ਕਰਦਾ ਸੀ ਯੂਕੇ ਦਾ। ਓਕੇ ਮੈਮ, ਕੀ ਕਹਿਣਾ ਜੀ? ਜਿਵੇਂ ਤੁਸੀਂ ਇਨਟੇਕ ਦੀ ਗੱਲ ਕਰਦੇ ਆ, ਇਨਟੇਕ ਆਸਟ੍ਰੇਲੀਆ ਵਿੱਚ ਵੀ 2 ਮਹੀਨੇ ਬਾਅਦ ਅਵੇਲੇਬਲ ਹੁੰਦਾ, ਸਾਡੇ ਕੋਲ ਯੂਕੇ 'ਚ ਵੀ ਅਵੇਲੇਬਲ ਹੁੰਦਾ ਹੈ, ਕੈਨੇਡਾ 'ਚ ਵੀ ਸਾਡੇ ਕੋਲ ਫਾਲ ਇਨਟੇਕ ਜਿਹੜੇ ਅਕਤੂਬਰ ਨਵੰਬਰ ਅਵੇਲੇਬਲ ਹੁੰਦੇ ਨੇ। ਹੁਣ ਤੁਹਾਡਾ ਜਿਹੜਾ ਪ੍ਰੋਫਾਈਲ ਆ, ਜਦੋਂ ਤੁਸੀਂ ਸਾਡੇ ਕੋਲ ਆਓਗੇ, ਵਿਜ਼ਿਟ ਕਰੋਗੇ, ਯੂਕੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ANM 'ਚ ਪਰਸੈਂਟੇਜ ਕਿੰਨੀ ਆ, ਤੁਸੀਂ ਅੱਗੇ ਕਿਹੜੇ ਕੋਰਸ ਲਈ, ਫਰਦਰ ਤੁਹਾਡਾ ਕੀ ਇੰਟਰਸਟ ਆ, ਕਿਹੜੇ ਕੋਰਸ ਲਈ ਜਾਣਾ ਚਾਹੁੰਦੇ ਹੋ, ਯੂਕੇ ਅਪਲਾਈ ਹੋ ਜਾਊਗਾ, ਵੀਜ਼ਾ ਨਿਕਲ ਜਾਊਗਾ। ਬਟ ਜਿੰਨਾ ਚਿਰ ਤੁਸੀਂ ਬੈਠ ਕੇ ਪ੍ਰੋਪਰ ਤਰੀਕੇ ਨਾਲ ਸਾਡੇ ਕੋਲ ਆਪਣੀ ਪ੍ਰੋਫਾਈਲ ਅਸੈਸ ਨਹੀਂ ਕਰਵਾਉਂਦੇ, ਉਹਨਾਂ ਚਿਰ ਅਸੀਂ ਇੱਥੇ ਬੈਠ ਕੇ ਕੁਝ ਨਹੀਂ ਬੋਲ ਸਕਦੇ। ਹੋ ਜਾਊਗਾ ਅਪਲਾਈ। ਬਾਕੀ 56 ਜਿਹੜਾ ਤੁਹਾਡਾ ਸਕੋਰ ਆ, ਠੀਕ ਹੈ, ਇੰਗਲਿਸ਼ ਲੈਵਲ ਨੂੰ ਜੇ ਚੈੱਕ ਕੀਤਾ ਜਾਵੇ, ਪਰ ਇੱਥੇ ਆਪਾਂ ਵਿਦਆਊਟ ਆਈਲੈਟਸ ਵੀ ਯੂਕੇ ਅਪਲਾਈ ਕਰ ਸਕਦੇ ਹਾਂ। ਸਪਾਊਸ ਦੇ ਨਾਲ? ਨਹੀਂ, ਜੇ ਤੁਸੀਂ ਵਿਦਆਊਟ ਆਈਲੈਟਸ ਅਪਲਾਈ ਕਰਨਾ, ਆਪਾਂ ਸਪਾਊਸ ਦੇ ਨਾਲ ਅਮਨ ਜੀ ਅਪਲਾਈ ਨਹੀਂ ਕਰ ਸਕਦੇ। ESL ਵਾਲੇ ਜਿਹੜੇ ਬੱਚੇ ਉਹ ਇਕੱਲੇ ਹੀ ਜਾਣਗੇ। ਜੇ ਵਿਦ ਸਪਾਊਸ ਜਾਣਾ ਹੈ ਤੇ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਤੁਹਾਡਾ ਆਈਲੈਟਸ ਸਕੋਰ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ। ਜੇ ESL ਤੇ ਜਾਣਾ ਹੈ ਫਿਰ ਤੁਸੀਂ ਇਕੱਲੇ ਹੀ ਜਾਓਗੇ। ਵਿਦ ਆਈਲੈਟਸ ਵਿਦ ਗ੍ਰੈਜੂਏਸ਼ਨ, ਜੇ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਈ ਆ ਫਿਰ ਤੁਸੀਂ ਸਪਾਊਸ ਨਾਲ ਅਪਲਾਈ ਕਰ ਸਕਦੇ ਹੋ। ਵਿਦਆਊਟ ਗ੍ਰੈਜੂਏਸ਼ਨ, ਵਿਦਆਊਟ ਆਈਲੈਟਸ, ਸਪਾਊਸ ਤੋਂ ਬਿਨਾਂ ਹੀ ਤੁਹਾਡੇ ਕੋਲ ਆਪਸ਼ਨ ਹੈ ਜੀ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਆਉਂਦਾ ਜੀ, ਤੁਸੀਂ ਵੀ ਲਾਈਵ ਗੱਲਬਾਤ ਕਰ ਸਕਦੇ ਹੋ। ਗੁਰਪ੍ਰੀਤ ਜੀ ਅਗਲੇ ਕੁਝ ਮਿੰਟਾਂ ਲਈ ਹੋਰ ਸਾਡੇ ਨਾਲ ਮੌਜੂਦ ਰਹਿਣਗੇ। ਸ਼ੋਅ ਦਾ ਸਮਾਂ ਲਿਮਿਟ ਦੇ ਵਿੱਚ ਹੁੰਦਾ, ਤੁਸੀਂ ਵੀ ਵੱਧ ਤੋਂ ਵੱਧ ਕਾਲ ਕਰਕੇ ਆਪਣੀ ਕੁਐਰੀ ਜਿਹੜੀ ਹੈ ਘਰੇ ਬੈਠਿਆਂ ਲੈ ਸਕਦੇ ਹੋ। ਫਿਰ ਵੀ ਗੁਰਪ੍ਰੀਤ ਜੀ ਨੂੰ ਮਿਲਣਾ ਹੈ ਤਾਂ ਮੈਮ ਕਿਹੜੇ ਦਿਨ ਕਿੱਥੇ ਮਿਲਿਆ ਜਾ ਸਕਦਾ ਜੀ? ਦੇਖੋ ਅਮਨ ਜੀ, ਇਸ ਟਾਈਮ ਥੋੜਾ ਜਿਹਾ ਰਸ਼ ਚੱਲ ਰਿਹਾ ਮੇਰੇ ਕੋਲ ਵੀ, ਤੇ ਤੁਸੀਂ ਜੇ ਮਿਲਣਾ, ਮੇਰੇ ਸੀਨੀਅਰ ਕਾਉਂਸਲਰ ਅਵੇਲੇਬਲ ਨੇ, ਉਹਨਾਂ ਤੋਂ ਤੁਸੀਂ ਅਪਾਇੰਟਮੈਂਟ ਲੈ ਲਓ। ਜੇ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਜ਼ਰੂਰ ਮਿਲੂੰਗੀ, ਬਟ ਇਸ ਟਾਈਮ ਬਹੁਤ ਰਸ਼ ਹੈ ਕਿਉਂਕਿ ਸਾਡੀਆਂ ਫਾਈਲਸ ਕੁਝ ਜਿਹੜੀਆਂ ਉਹ ਅਸੀਂ ਪੁੱਟ ਆਨ ਦੇ ਲੈਵਲ ਤੇ ਹੁੰਦੀਆਂ ਨੇ, ਕੁਝ ਸਾਡੇ ਵੀਜ਼ਾਸ ਗ੍ਰਾਂਟ ਹੋਏ ਹੁੰਦੇ ਨੇ, ਉਹਨਾਂ ਨੂੰ ਵੀਜ਼ਾ ਹੈਂਡਓਵਰ ਕਰਨੇ, ਕਾਫੀ ਜਿਹੜਾ ਵਰਕਲੋਡ ਇਸ ਟਾਈਮ ਵਧਿਆ ਹੋਇਆ ਹੈ। ਜੇ ਤੁਹਾਨੂੰ ਲੱਗਦਾ ਹੈ ਤੁਸੀਂ ਸੀਨੀਅਰ ਕਾਉਂਸਲਰ ਤੋਂ ਸੈਟੀਸਫਾਈ ਨਹੀਂ ਹੋ ਤਾਂ ਤੁਸੀਂ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ। ਜੇ ਅਪਾਇੰਟਮੈਂਟ ਮੈਂ ਅਵੇਲੇਬਲ ਹੋਈ ਤਾਂ ਤੁਹਾਨੂੰ ਜ਼ਰੂਰ ਮਿਲੂਗੀ।
ਜੀ ਬਿਲਕੁਲ, ਕੋਈ ਵੀ ਸਵਾਲ ਹੈ ਜੀ ਤਾਂ ਉਹ ਤੁਸੀਂ ਗੁਰਪ੍ਰੀਤ ਜੀ ਨਾਲ ਸਿੱਧਾ ਸਾਂਝਾ ਕਰ ਸਕਦੇ ਹੋ। ਅੱਛਾ ਗੁਰਪ੍ਰੀਤ ਜੀ, ਸਪਾਊਸ ਨੂੰ ਲੈ ਕੇ ਆਸਟ੍ਰੇਲੀਆ 'ਚ ਵੀ ਆਪਸ਼ਨ ਹੈਗੀਆਂ ਨੇ, ਬਟ ਕੀ ਪ੍ਰੋਫਾਈਲ ਚਾਹੀਦੀ ਹੈ ਜਿਹਦਾ ਸਪਾਊਸ ਨਾਲ ਜਾਏਗਾ ਜਾਂ ਬਾਅਦ 'ਚ ਜਾਏਗਾ? ਦੇਖੋ ਅਮਨ ਜੀ, ਜਦੋਂ ਆਸਟ੍ਰੇਲੀਆ ਔਰ ਕੈਨੇਡਾ ਦੀ ਗੱਲ ਕਰਦੇ ਆ ਨਾ, ਮੈਂ ਹਮੇਸ਼ਾ ਬੱਚਿਆਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਤੁਸੀਂ ਸਪਾਊਸ ਬਾਅਦ ਦੇ ਵਿੱਚ ਅਪਲਾਈ ਕਰੋ, ਨਾਲ ਅਪਲਾਈ ਨਾ ਕਰੋ। 3 ਤੋਂ 6 ਮਹੀਨੇ ਦੇ ਵਿੱਚ ਤੁਸੀਂ ਅਪਲਾਈ ਕਰੋ। ਜੇ ਫਿਰ ਵੀ ਆਸਟ੍ਰੇਲੀਆ 'ਚ ਬੱਚਾ ਅੜ ਜਾਂਦਾ ਹੈ ਮੈਂ ਸਪਾਊਸ ਲਈ ਜਾਣਾ ਹੈ, ਤੇ ਸਪਾਊਸ ਦੇ ਲਈ ਦੋਨਾਂ ਦੀ ਡਿਗਰੀ ਹੋਣੀ ਬਹੁਤ ਇੰਪੋਰਟੈਂਟ ਆ। ਬੱਚੇ ਜਿਹਨੇ ਸਪਾਊਸ ਦੇ ਨਾਲ, ਮੇਨ ਐਪਲੀਕੈਂਟ ਵੀ ਜਿਹਨੇ ਨਾਲ ਸਪਾਊਸ ਜਾਣਾ ਹੈ, ਐਜ਼ ਏ ਸਪਾਊਸ ਜਾਣਾ, ਉਹਦੀ ਵੀ ਦੋਨਾਂ ਦੀ ਡਿਗਰੀ ਹੋਣੀ ਬਹੁਤ ਜ਼ਰੂਰੀ ਆ। ਆਈਲੈਟਸ ਸਕੋਰ ਤੁਹਾਡਾ ਜਿਹੜਾ ਉਹ ਵੀ 6 ਹੋਣਾ ਚਾਹੀਦਾ ਹੈ। 5.5 ਵਾਲਾ ਬੱਚਾ ਸਪਾਊਸ ਦੇ ਨਾਲ ਅਪਲਾਈ ਨਹੀਂ ਕਰ ਸਕਦਾ। ਉੱਥੇ ਫੰਡ ਦੀ ਵੀ ਰਿਕੁਆਇਰਮੈਂਟ ਜਿਹੜੀ ਆ ਤੁਹਾਡੀ ਵੱਧ ਜਾਂਦੀ ਹੈ। ਜੇ ਅੱਜ ਅਸੀਂ 10 ਤੋਂ 15 ਲੱਖ ਦੇ ਫੰਡ ਲਗਾ ਰਹੇ ਹਾਂ, ਫਿਰ ਅਸੀਂ 25 ਤੋਂ 30 ਲੱਖ ਦੇ ਫੰਡ ਬੱਚੇ ਨੂੰ ਬੋਲਦੇ ਹਾਂ ਕਿ ਫੰਡ ਵੀ ਆਪਣੇ ਵਧਾ। ਇਸ ਕਰਕੇ ਸਪਾਊਸ ਦੀਆਂ ਅਲੱਗ ਰਿਕੁਆਇਰਮੈਂਟ ਨੇ। ਮੇਰੇ ਮੋਟਿਵ ਹੁੰਦਾ ਹੈ ਕਿ ਇੱਕ ਵਾਰ ਮੇਨ ਐਪਲੀਕੈਂਟ ਜਿਹੜਾ ਉਹ ਵੀਜ਼ਾ ਲੈ ਲੇ, ਉਸ ਤੋਂ ਬਾਅਦ ਹੀ ਆਪਾਂ ਸਪਾਊਸ ਅਪਲਾਈ ਕਰੀਏ। ਇਹ ਨਾ ਹੋਵੇ ਕਿ ਸਪਾਊਸ ਦੀ ਵਜ੍ਹਾ ਨਾਲ ਸਾਡਾ ਮੇਨ ਐਪਲੀਕੈਂਟ ਉੱਡ ਜੇ। ਜੀ ਨੈਕਸਟ ਕਾਲ। ਹੈਲੋ ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨਾ ਆਪਣੇ ਬੱਚੇ ਬਾਰੇ ਪੁੱਛਣਾ ਸੀਗਾ। ਦਵਿੰਦਰ ਸਿੰਘ ਨਾਮ ਆ ਉਹਨਾਂ ਦਾ। ਹਾਂਜੀ ਹਾਂਜੀ ਸਰ, ਉਹਨੂੰ 60 ਚਾਹੇ ਹੋਏ ਨੇ, 2021 ਦੇ ਪਾਸ ਆਊਟ ਹੈ +2 ਓਕੇ ਜੀ। ਹਾਂਜੀ, ਤੇ ਕੱਲ ਦੀ ਰਿਜ਼ਲਟ ਆਈ ਹੈ ਸਰ ਨਾਇਗਰਾ ਕਾਲਜ ਤੋਂ। ਕੱਲ ਰਿਫਿਊਜ਼ਲ ਆਈ ਹੈ ਨਾਇਗਰਾ ਕਾਲਜ ਤੋਂ। +2 ਕਿਹੜੇ ਸਬਜੈਕਟ ਨਾਲ ਨਾਲ ਕੀਤੀ? ਨੇ ਸਰ 21 ਦੇ ਵਿੱਚ। ਨਹੀਂ, ਕਿਹੜਾ ਸਟਰੀਮ ਕਿਹੜਾ ਸੀਗਾ ਜੀ? ਆਰਟਸ, ਕਾਮਰਸ, ਨਾਨ ਮੈਡੀਕਲ? ਆਰਟਸ ਵਿੱਚ ਕੀਤੀ ਸੀਗੀ ਸਰ। ਕਿੰਨੇ % ਸੀਗੇ? 83 ਸੀਗੇ। 83 IELTS 6 each। ਤੇ ਕੋਰਸ ਕਿਹੜਾ ਲਿਆ ਸੀ? ਹੈਲੋ, ਹੋਟਲ ਮੈਨੇਜਮੈਂਟ ਦਾ ਸਰ। ਹੋਟਲ ਮੈਨੇਜਮੈਂਟ। ਮੈਂ ਕੱਲ ਰਿਫਿਊਜ਼ਲ ਆਈ ਹੈ ਜੀ, ਕੀ ਕਹਿਣਾ ਬੱਚੇ ਦਾ ਪ੍ਰੋਫਾਈਲ ਵਾਈਜ਼? ਦੇਖੋ ਨਾਇਗਰਾ ਕਾਲਜ ਵੀ ਵਧੀਆ ਹੈ, ਕੋਰਸ ਵੀ ਰੈਲੇਵੈਂਸੀ ਹੈਗਾ ਆਰਟਸ ਦੇ ਨਾਲ। ਹੋਟਲ ਮੈਨੇਜਮੈਂਟ 6 ਆਈਲੈਟਸ ਸਕੋਰ ਵੀ ਹੈ। SDS ਵਾਲਾ ਬੱਚਾ ਵੀ ਵੀਜ਼ਾ ਨਹੀਂ ਕੱਢ ਪਾਇਆ, ਕਿਤੇ ਨਾ ਕਿਤੇ ਪ੍ਰੋਫਾਈਲ ਨੂੰ ਚੈੱਕ ਕਰਕੇ ਔਰ ਰਿਫਿਊਜ਼ਲ ਦੇ ਕੀ ਰੀਜ਼ਨਸ ਨੇ ਉਹਨਾਂ ਨੂੰ ਜਾਣ ਕੇ ਫਿਰ ਹੀ ਫਰਦਰ ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ। ਅਦਰਵਾਈਜ਼ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ, ਭਾਵੇਂ ਤੁਹਾਡੀ 1 ਵਾਰ ਰਿਫਿਊਜ਼ਲ ਹੈ, 2 ਵਾਰ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਐਵੇਂ ਨਾ ਅਪਲਾਈ ਕਰਿਓ ਕਿ ਜਿਹੜਾ ਰੀਜ਼ਨ ਦਿੱਤਾ ਹੈ ਉਹ ਰੀਜ਼ਨ ਨੂੰ ਬਿਨਾਂ ਕਲੀਅਰ ਕੀਤੇ ਤੁਸੀਂ ਅਪਲਾਈ ਕਰ ਦਿਓ ਤੇ ਕੱਲ੍ਹ ਦੇ ਦਿਨ ਫਿਰ ਵੀ ਤੁਹਾਡਾ ਫਿਰ ਰਿਫਿਊਜ਼ ਹੋ ਜੇ। ਇੱਕ ਵਾਰ ਪ੍ਰੋਫਾਈਲ ਨੂੰ ਸੋਚ ਸਮਝ ਕੇ ਜਾਂ ਤੁਸੀਂ ਅਪਾਇੰਟਮੈਂਟ ਲੈ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ। ਰਿਫਿਊਜ਼ ਕੇਸ ਹੈ, ਨਹੀਂ ਤਾਂ ਤੁਸੀਂ ਫੋਨ 'ਤੇ ਵੀ ਸਾਨੂੰ ਈਮੇਲ ਕਰ ਦਿਓ ਕਿ ਕੀ ਡਾਕੂਮੈਂਟਸ ਲਗਾਏ ਸੀ, ਕੀ ਤੁਹਾਡਾ ਰਿਫਿਊਜ਼ਲ ਦੇ ਵਿੱਚ ਰੀਜ਼ਨ ਆਇਆ, ਸਾਨੂੰ ਕੇਪ ਨੋਟ ਅਪਲਾਈ ਕਰਨ ਦੀ ਜ਼ਰੂਰਤ ਹੋਈ ਤੇ ਅਸੀਂ ਕਰਾਂਗੇ। ਅਦਰਵਾਈਜ਼ ਬੱਚੇ ਦਾ ਪ੍ਰੋਫਾਈਲ ਬਹੁਤ ਅੱਛਾ ਹੈ, ਮਨ ਦੀ ਰਿਫਿਊਜ਼ਲ ਨਹੀਂ ਆਉਣਾ ਚਾਹੀਦਾ ਸੀਗਾ। ਕਿਤੇ ਨਾ ਕਿਤੇ SOP ਵੀ, ਸਟੇਟਮੈਂਟ ਆਫ ਪਰਪਸ ਵੀ ਜਿਹੜਾ ਉਹ ਮੈਟਰ ਕਰਦਾ ਹੈ ਕਿ ਤੁਸੀਂ ਉਹਦੇ ਵਿੱਚ ਆਪਣੀਆਂ ਅਟੈਂਸ਼ਨਸ ਕਲੀਅਰ ਕੀਤੀਆਂ ਸੀ ਕਿ ਫਿਊਚਰ ਪਲੈਨਿੰਗ ਤੁਹਾਡੀਆਂ ਕੀ ਨੇ, ਕੋਰਸ ਕੀ ਸੋਚ ਕੇ ਲਿਆ ਹੈ, ਤੁਹਾਡੀ ਫਰਦਰ ਜਿਹੜੀ ਅੱਗੇ ਦੀਆਂ ਪਲੈਨਿੰਗ ਜੋ ਵੀ ਤੁਸੀਂ ਕੀਤੀਆਂ, ਇੰਡੀਆ ਵਾਪਸ ਆਓਗੇ ਕਿ ਨਹੀਂ ਆਓਗੇ। ਜਿੰਨਾ ਚਿਰ ਵੀਜ਼ਾ ਆਪਸ਼ਨ ਨੂੰ ਇਸ ਚੀਜ਼ ਦੀ ਸ਼ੋਰਟੀ ਨਹੀਂ ਮਿਲਦੀ, SDS ਕੈਟਾਗਰੀ 'ਚ ਵੀ ਵੀਜ਼ਾ ਰਿਫਿਊਜ਼ ਹੋ ਜਾਂਦੇ ਨੇ। ਮੈਂ ਕਾਲ ਲੈਣਾ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਕਾਂਤੀ, ਮੈਂ ਰਾਜਕੋਟ ਤੋਂ ਗੱਲ ਕਰ ਰਹੀ ਹਾਂ। ਜੀ ਮੈਮ। ਸਰ ਮੈਂ +2 2020 ਦੇ ਵਿੱਚ ਕੀਤੀ 69% ਸੀ, ਸਟ੍ਰੀਮ ਕਮਰਸ ਸੀ ਮੇਰਾ। ਤੇ ITI ਤੋਂ ਜੁਆਇਨ ਹੈ ਸਰ। ਮੇਰੀ IELTS ਸਕੋਰ ਹੈ ਮੇਰੇ ਓਵਰਆਲ 6 ਮੋਡਿਊਲ ਤੋਂ 5.5। ਸਰ ਕਿਹੜੀ ਕੰਟਰੀ ਰੈਂਕ ਹੋ ਗਿਆ ਮੇਰਾ? 2020 ਤੋਂ 22 ਤੱਕ ਕੀ ਕੀਤਾ? ਸਰ ਗੈਪ ਹੈ ਮੇਰਾ। ਨਹੀਂ, ਕੁਛ ਤਾਂ ਕੀਤਾ ਹੋਣਾ ਰਾਜ। ਸਰ ITI ਕਰ ਰਹੀ ਸੀ ਮੈਂ, ਤਾਂ ਜੁਆਇਨ ਹੈ ਮੇਰੀ। ਪਰਸਿੰਗ IT ਕਾਹਦੇ 'ਚ ਕਰ ਰਹੇ ਹੋ? ਫੈਸ਼ਨ ਡਿਜ਼ਾਈਨਿੰਗ ਸਰ। ਕੀ ਕਹਿਣਾ ਮੈਮ? 2 ਚੋਂ 5.5 ਨੇ, ਆਸਟ੍ਰੇਲੀਆ ਜਾਂ ਕੈਨੇਡਾ ਜਾਂ UK? ਦੇਖੋ 2000 ਤੁਸੀਂ 22 ਪਾਸ ਆਊਟ ਹੈ ਬੱਚਾ। 2020 ਪਾਸ ਆਊਟ ਜਿਹੜਾ ਬੱਚਾ ਹੈ, ਇੱਕ ਗੈਪ ਤੋਂ ਬਾਅਦ 20 ਵਾਲੇ ਬੱਚੇ ਨੂੰ ਐਡਜਸਟ ਕਰਨਾ ਮਨ ਜੀ ਆਸਟ੍ਰੇਲੀਆ ਦੇ ਵਿੱਚ ਬਹੁਤ ਮੁਸ਼ਕਿਲ ਹੋਇਆ ਪਿਆ। ਜੇ ਆਈਲੈਟਸ ਇੰਪਰੂਵ ਕਰ ਸਕਦੇ ਹੋ, ਇੰਪਰੂਵ ਕਰਕੇ ਤੁਸੀਂ ਕੈਨੇਡਾ ਅਪਲਾਈ ਕਰ ਸਕਦੇ ਹੋ, ਨਹੀਂ ਤਾਂ UK ਆਪਸ਼ਨ ਲੈ ਲਓ। ਆਸਟ੍ਰੇਲੀਆ ਹੋ ਜਾਏਗਾ ਜੇ ਗੈਪ ਜਸਟੀਫਿਕੇਸ਼ਨ ਜੇ ਤੁਸੀਂ ਉਹਦੇ 'ਚ ਦੇ ਦਿੰਦੇ ਹੋ ਆਪਣੀ, ਜਿਵੇਂ ਤੁਸੀਂ ਜਿਹੜਾ ਤੁਹਾਡਾ 2 ਸਾਲ ਦਾ ਜਿਹੜਾ ਗੈਪ ਆ, ਤੁਸੀਂ 2 ਸਾਲ ਦੇ ਦੌਰਾਨ ਹੀ ਜਿਹੜੀ ਤੁਸੀਂ ਦੱਸਿਆ ਫੈਸ਼ਨ ਡਿਜ਼ਾਈਨਿੰਗ ਤੁਸੀਂ ਕੋਰਸ ਕਰ ਰਹੇ ਸੀਗੇ, ਜੇ ਤੁਹਾਡੇ ਕੋਲ 2 ਸਾਲ ਦੀ ਜਸਟੀਫਿਕੇਸ਼ਨ ਹੈਗੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਈਜ਼ੀਲੀ ਕੱਢਿਆ ਜਾ ਸਕਦਾ ਹੈ। ਬਟ 2020 ਪਾਸ ਆਊਟ ਵਾਲੇ ਬੱਚੇ ਲਈ ਗੈਪ ਜਸਟੀਫਿਕੇਸ਼ਨ ਸਟਰੋਂਗ ਹੋਣੀ ਚਾਹੀਦੀ ਹੈ, ਕਿਉਂਕਿ ਇਸ ਟਾਈਮ GT ਕ੍ਰਾਈਟੇਰੀਆ ਵੀ ਆਸਟ੍ਰੇਲੀਆ ਕਲੀਅਰ ਨਹੀਂ ਕਰ ਰਿਹਾ ਗੈਪ ਵਾਲੇ ਬੱਚਿਆਂ ਦਾ। ਜੀ ਨੈਕਸਟ ਕਾਲ ਹੈ। ਹੈਲੋ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਸਿਮਰਨ ਕੌਰ ਹੈ ਜੀ, ਪਠਾਨਕੋਟ ਤੋਂ ਗੱਲ ਕਰ ਰਹੀ ਹਾਂ। ਜੀ ਹਰਸਿਮਰਨ ਜੀ, ਕੀ ਸਵਾਲ ਹੈ?
ਹਾਂਜੀ ਸਰ ਮੈਂ ਪੀਟੀ ਕੀਤੀ ਹੋਈ 2021 ਦੇ ਵਿੱਚ ਆਰਟਸ ਦੇ ਹੂੰ ਮੇਰੇ 84% ਦੇ ਨਾਲ ਕੰਪਲੀਟ ਕੀਤੀ ਹੋਈ ਸੀ। ਪੀਟੀ ਕੀਤੀ ਹੈ ਉਹਦੇ ਵਿੱਚ ਮੇਰੇ ਓਵਰਆਲ 63 ਹੈ। ਹੂੰ ਹਾਂਜੀ ਤੇ ਸਰ ਕਿਹੜੀ ਕੰਟਰੀ ਲਈ ਹੋਏਗਾ ਮੇਰਾ? ਬਿਲਕੁਲ ਜੀ, ਪਲੱਸ 2 2021 84% ਆਰਟਸ, ਪੀਟੀ 63 ਓਵਰਆਲ। ਦੱਸੋ ਜੀ ਮੈਮ ਕਿਹੜਾ ਕੰਟਰੀ ਦਾ ਹੋ ਜਾਏਗਾ ਸਕਸੈਸ ਅੱਛਾ ਰਹੇਗਾ? 2021 ਪਾਸ ਆਊਟ ਹੋ, ਗੈਪ ਜਸਟੀਫਿਕੇਸ਼ਨ ਹੁਣ ਤੱਕ ਦੇ ਦਿਓ, ਆਸਟ੍ਰੇਲੀਆ ਅਪਲਾਈ ਹੋ ਜਾਊਗਾ। ਆਸਟ੍ਰੇਲੀਆ ਪੀਟੀ ਵੀ ਤੁਸੀਂ ਕੀਤੀ ਹੋਗੀ, ਆਸਟ੍ਰੇਲੀਆ ਲਈ ਹੀ ਕੀਤੀ ਹੋਗੀ, ਆਸਟ੍ਰੇਲੀਆ ਅਪਲਾਈ ਕਰ ਲਓ। ਆਸਟ੍ਰੇਲੀਆ ਦੇ ਵਿੱਚ ਯੂਕੇ ਦਾ ਆਪਸ਼ਨ ਲੈਣ ਤੇ ਯੂਕੇ ਦਾ ਵੀ ਆਪਸ਼ਨ ਲੈ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਯੂਕੇ ਦੇ ਵਿੱਚ 3 ਤੋਂ 4 ਸਾਲ ਦੀ ਗੈਪ ਦੀ ਸਿਰਫ ਜਸਟੀਫਿਕੇਸ਼ਨ ਚਾਹੀਦੀ ਆ। ਉਸ ਲੈਵਲ ਤੇ ਜਿਸ ਲੈਵਲ ਤੇ ਆਸਟ੍ਰੇਲੀਆ ਗੈਪ ਨੂੰ ਚੈੱਕ ਕਰ ਰਿਹਾ ਉਸ ਲੈਵਲ ਤੇ ਯੂਕੇ ਚੈੱਕ ਨਹੀਂ ਕਰਦਾ। ਪਰ ਯੂਕੇ ਦੇ ਵਿੱਚ ਵੀ ਗੈਪ ਜਸਟੀਫਿਕੇਸ਼ਨ ਦਿੱਤੇ ਬਗੈਰ ਵੀਜ਼ਾ ਨਹੀਂ ਕੱਢਿਆ ਜਾ ਸਕਦਾ। ਇਹ ਨਹੀਂ ਕਹਿ ਸਕਦੇ ਕਿ ਅਸੀਂ ਵਿਹਲੇ ਸੀਗੇ, ਜਦੋਂ ਉੱਥੇ ਵੀ ਅਸੀਂ ਇੱਕ ਕਵਰਿੰਗ ਲੈਟਰ ਬਣਾਉਂਦੇ ਹਾਂ ਯੂਕੇ ਦੇ ਵਿੱਚ, ਉੱਥੇ ਵੀ ਤੁਹਾਨੂੰ ਜਸਟੀਫਿਕੇਸ਼ਨ ਔਰ ਕਲੀਅਰ ਕਰਨਾ ਪੈਂਦਾ ਹੈ। ਸਾਰਾ ਕੁਝ ਡਿਟੇਲ ਦੇ ਵਿੱਚ ਦੱਸਣਾ ਪੈਂਦਾ ਹੈ ਕਿ ਇਹ ਕੋਰਸ ਕਿਉਂ ਲਿਆ ਹੈ, ਗੈਪ ਕਿਉਂ ਸੀ, ਫਰਦਰ ਸਟੱਡੀ ਲਈ ਕਿਉਂ ਜਾ ਰਹੇ ਸੀਗੇ। ਉਹ ਸਾਰੀਆਂ ਚੀਜ਼ਾਂ ਜਿੰਨਾ ਚਿਰ ਤੁਸੀਂ ਕਵਰ ਨਹੀਂ ਕਰਦੇ, ਵੀਜ਼ਾ ਅਫਸਰ ਨੂੰ ਤੁਹਾਡੀ ਪ੍ਰੋਫਾਈਲ ਜਿਹੜੀ ਉਹ ਸਮਝ ਨਹੀਂ ਆਉਂਦੀ, ਡਿਟੇਲਸ ਉਹਦੇ ਕੋਲ ਨਹੀਂ ਜਾਂਦੀਆਂ, ਤੁਹਾਡੀਆਂ ਅਟੈਂਸ਼ਨਸ ਵੀਜ਼ਾ ਅਫਸਰ ਨੂੰ ਸਮਝ ਨਹੀਂ ਹੁੰਦੀਆਂ, ਉਹਨਾਂ ਚਿਰ ਵੀਜ਼ਾ ਅਫਸਰ ਤੁਹਾਨੂੰ ਵੀਜ਼ਾ ਕਦੀ ਵੀ ਗ੍ਰਾਂਟ ਨਹੀਂ ਕਰਦਾ ਜੀ। ਤੇ ਮੈਮ ਜੇ ਇਹੀ ਬੱਚਾ ਪੀਟੀ ਨਾਲ ਕੈਨੇਡਾ ਲਵੇ ਜੀ ਆਪਸ਼ਨ, ਤੇ ਕਿਵੇਂ ਹੈ ਕੈਨੇਡਾ? ਕੈਨੇਡਾ 'ਚ ਹੋ ਜਾਏਗਾ ਅਮਨ ਜੀ, ਗੱਲ ਉੱਥੇ ਹੀ ਆ ਜਾਂਦੀ ਹੈ। ਇਸ ਪੀਟੀ ਸਕੋਰ ਤੇ ਕੈਨੇਡਾ ਦੇ ਵਿੱਚ ਅਪਲਾਈ ਹੋ ਜਾਊਗਾ। ਬਟ ਆਪਣੇ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਐਸਡੀਐਸ ਨੌਨ ਐਸਡੀਐਸ ਦਾ ਰੌਲਾ ਹੈ, ਕਿਉਂਕਿ ਪੀਟੀ ਵਾਲਾ ਬੱਚਾ ਐਸਡੀਐਸ ਕਾਲਜ 'ਚ ਐਡਮਿਸ਼ਨ ਕਰਾ ਸਕਦਾ ਹੈ, ਪਰ ਫਾਈਲ ਅਸੀਂ ਨੌਨ ਐਸਡੀਐਸ ਹੀ ਪੁੱਟ ਔਨ ਕਰਾਂਗੇ। ਇਹ ਨਹੀਂ ਕਿ ਨੌਨ ਐਸਡੀਐਸ ਕੈਟਾਗਰੀ 'ਚ ਵੀਜ਼ਾ ਨਹੀਂ ਨਿਕਲਦੇ, ਬਟ ਬੱਚਿਆਂ ਦੇ ਦਿਮਾਗ ਦੇ ਵਿੱਚ ਨੌਨ ਐਸਡੀਐਸ ਕੈਟਾਗਰੀ ਨੂੰ ਇੰਨਾ ਕੁ ਘੋਟ ਕੇ ਪਾ ਦਿੱਤਾ ਗਿਆ ਹੈ ਕਿ ਸਿਰਫ ਐਸਡੀਐਸ ਕੈਟਾਗਰੀ ਦੇ ਅੰਦਰ ਹੀ ਵੀਜ਼ਾ ਅਪਲਾਈ ਹੋਊਗਾ। ਕੈਨੇਡਾ 'ਚ ਵੀ ਇਸ ਬੱਚੇ ਦਾ ਵੀਜ਼ਾ ਕੱਢਿਆ ਜਾ ਸਕਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਬਟ ਤੁਸੀਂ ਪੀਟੀ ਕੀਤੀ ਹੈ, ਉਸ ਹਿਸਾਬ ਨਾਲ ਮੈਂ ਤੁਹਾਨੂੰ ਸੁਜੈਸਟ ਕਰ ਦਿੱਤਾ ਸੀਗਾ। ਇਸ ਪੀਟੀ ਸਕੋਰ ਔਰ ਇਸ ਸਟੱਡੀ ਦੇ ਉੱਤੇ ਕੈਨੇਡਾ ਵੀ ਤੁਸੀਂ ਜਾ ਸਕਦੇ ਹੋ, ਵੀਜ਼ਾ ਲੈ ਸਕਦੇ ਹੋ। ਤੁਹਾਡੇ ਕੋਲ 3 ਆਪਸ਼ਨ ਨੇ, ਯੂਕੇ, ਆਸਟ੍ਰੇਲੀਆ, ਕੈਨੇਡਾ, ਤਿੰਨੋਂ ਜਗ੍ਹਾ ਤੁਸੀਂ ਅਪਲਾਈ ਕਰ ਸਕਦੇ ਹੋ, ਤਿੰਨੋਂ ਜਗ੍ਹਾ ਵੀਜ਼ਾ ਕੱਢ ਸਕਦੇ ਹੋ। ਪ੍ਰੈਜੈਂਟੇਸ਼ਨ ਤੁਹਾਡੀ ਰਹੇਗੀ, ਤੁਹਾਡੇ ਕੰਸਲਟੈਂਟ ਦੀ ਰਹੇਗੀ, ਤੁਸੀਂ ਪ੍ਰੋਫਾਈਲ ਨੂੰ ਪੁੱਟ ਔਨ ਕਿਵੇਂ ਕਰ ਰਹੇ ਹੋ, ਕੋਰਸ ਕੀ ਲੈ ਰਹੇ ਹੋ, ਅੱਗੇ ਆਪਣੀ ਸਟੇਟਮੈਂਟ ਆਫ ਪਰਪਸ, GT ਔਰ ਕਵਰਿੰਗ ਲੈਟਰ ਕਿਵੇਂ ਬਣਾ ਕੇ ਦੇ ਰਹੇ ਹੋ, ਉਹਦੇ ਉੱਤੇ ਡਿਪੈਂਡ ਔਨ ਤੁਹਾਡਾ ਵੀਜ਼ਾ ਹੈ ਜੀ। ਬਿਲਕੁਲ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਆਉਂਦਾ ਜੀ, ਤੁਸੀਂ ਸਾਂਝਾ ਕਰਨਾ ਹੈ ਤਾਂ ਬਿਲਕੁਲ ਇਹਨਾਂ ਦੇ ਨੰਬਰਾਂ 'ਤੇ ਸ਼ੋਅ ਦੌਰਾਨ ਤਾਂ ਤੁਸੀਂ ਕਾਲ ਕਰ ਹੀ ਰਹੇ ਹੋ, ਸ਼ੋਅ ਤੋਂ ਬਾਅਦ ਵੀ ਕਰ ਸਕਦੇ ਹੋ। ਮੈਮ ਨੇ ਜਿਵੇਂ ਦੱਸਿਆ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ, ਅਪਾਇੰਟਮੈਂਟ ਲੈ ਕੇ ਮਿਲਿਆ ਵੀ ਜਾ ਸਕਦਾ। ਕੁਝ ਸਟੂਡੈਂਟ ਇਹਨਾਂ ਤੋਂ ਆਲਰੇਡੀ ਪਹਿਲੇ ਜਿਹੜੇ ਵੀਜ਼ਾਸ ਲੈ ਚੁੱਕੇ ਨੇ, ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਆ ਤੇ ਜਾਣਦੇ ਆ ਉਹਨਾਂ ਦਾ ਐਕਸਪੀਰੀਅੰਸ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਮਾ ਕ੍ਰੀਏਟਿਵ ਫਿਊਚਰ ਕਾਉਂਸਲਰ ਤੋਂ। ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਸਿਮਰਨਪ੍ਰੀਤ ਦਾ ਵਾਈਲਡ ਟੇਕ ਦਾ ਵੀਜ਼ਾ ਸਾਨੂੰ ਅੱਜ ਰਿਸੀਵ ਹੋਇਆ ਤੇ ਅਸੀਂ ਇਹਨਾਂ ਦਾ ਵੀਜ਼ਾ ਹੈਂਡਓਵਰ ਕਰ ਰਹੇ ਹਾਂ ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਾਂਗੇ ਕਿ ਵਧੀਆ ਹੈ। ਕੰਗ੍ਰੈਚੁਲੇਸ਼ਨਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸਿਮਰਨਪ੍ਰੀਤ ਕੌਰ ਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਮੇਨ ਟੇਕ ਦਾ ਵੀਜ਼ਾ ਆ ਗਿਆ ਹੈ। ਐਕਚੁਅਲੀ ਮੈਂ ਆਪਣੀ +2 ਜਿਹੜੀ ਹੈਗੀ ਆ 2016 'ਚ ਕੰਪਲੀਟ ਕੀਤੀ ਸੀਗੀ ਤੇ ਮੈਂ ਗ੍ਰੈਜੂਏਟ ਸਟੂਡੈਂਟ ਆ ਤੇ ਮੈਂ ਚਾਹੁੰਦੀ ਸੀ ਮੈਂ ਹਾਇਰ ਐਜੂਕੇਸ਼ਨ ਲਈ ਕੈਨੇਡਾ ਜਾਵਾਂ ਤੇ ਮੈਂ ਕ੍ਰੀਏਟਿਵ ਫਿਊਚਰ ਨੂੰ ਅਪਰੋਚ ਕੀਤਾ ਤੇ ਗੁਰਪ੍ਰੀਤ ਮੈਮ ਨਾਲ ਮਿਲੀ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਮੈਨੂੰ ਬਹੁਤ ਹੈਲਪ ਕੀਤੀ ਕਾਲਜ ਸਿਲੈਕਟ ਕਰਨ ਵਿੱਚ, ਕੋਰਸ ਸਿਲੈਕਟ ਕਰਨ ਵਿੱਚ ਤੇ ਬਹੁਤ ਹੀ ਸਮੂਥਲੀ ਜਿਹੜਾ ਹੈਗਾ ਮੇਰਾ ਪ੍ਰੋਸੈਸ ਚੱਲਿਆ ਤੇ ਹੁਣ ਮੇਰਾ ਵੀਜ਼ਾ ਆ ਗਿਆ ਮੇਨ ਟੇਕ ਦਾ ਤੇ ਮੈਂ ਬਹੁਤ ਥੈਂਕਫੁਲ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਮਾ ਕ੍ਰੀਏਟਿਵ ਫਿਊਚਰ ਕਾਉਂਸਲਰ ਤੋਂ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਹਰਪ੍ਰੀਤ ਕੌਰ ਦਾ ਸਾਨੂੰ ਵੀਜ਼ਾ ਰਿਸੀਵ ਹੋਇਆ ਤੇ ਜੇ ਅਸੀਂ ਇਹਨਾਂ ਦੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ +2 2020 'ਚ ਪਾਸ ਆਊਟ ਨੇ ਤੇ ਓਵਰਆਲ 6 ਤੇ ਇੱਕ ਮੋਡਿਊਲ 'ਚ 5.5 ਤੇ ਅੱਜ ਅਸੀਂ ਇਹਨਾਂ ਦਾ ਵੀਜ਼ਾ ਹੈਂਡਓਵਰ ਕਰ ਰਹੇ ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਾਂਗੇ ਕਿਹੋ ਜਿਹਾ ਹੈ। ਕੰਗ੍ਰੈਚੁਲੇਸ਼ਨ ਹਰਪ੍ਰੀਤ। ਥੈਂਕ ਯੂ ਸੋ ਮਚ ਮੈਮ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਕੌਰ ਮੋਗਾ ਤੋਂ ਤੇ ਅੱਜ ਮੇਰਾ ਵੀਜ਼ਾ ਆ ਚੁੱਕਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੇਰੇ ਇੱਕ ਮੋਡਿਊਲ 'ਚ 5.5 ਬੈਂਡ ਸੀ। ਮੈਂ ਬਹੁਤ ਏਜੰਟਸ ਕੋਲ ਗਈ ਸੀ ਤੇ ਉਹਨਾਂ ਨੇ ਮੈਨੂੰ ਮਨਾ ਕਰਤਾ ਸੀ, ਬਟ ਉਸ ਤੋਂ ਬਾਅਦ ਮੈਂ ਗੁਰਪ੍ਰੀਤ ਮੈਮ ਦਾ ਲਾਈਵ ਸ਼ੋਅ ਵੇਖਿਆ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਮੈਂ ਉਹਨਾਂ ਦਾ ਸ਼ੋਅ ਵੇਖ ਕੇ ਇੱਥੇ ਵਿਜ਼ਿਟ ਕੀਤਾ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਫਾਈਨਲੀ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਸੋ ਜਿਨ੍ਹਾਂ ਵੀ ਸਟੂਡੈਂਟਸ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਹੋਵੇ, ਜਿਨ੍ਹਾਂ ਦੇ 5.5 ਮੋਡਿਊਲ ਸੀ ਤੇ ਉਹ ਇੱਥੇ ਵਿਜ਼ਿਟ ਕਰਨ ਤੇ ਮੈਮ ਬਹੁਤ ਜ਼ਿਆਦਾ ਵਧੀਆ ਗਾਈਡ ਕਰਦੇ ਨੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਮਾ ਕ੍ਰੀਏਟਿਵ ਫਿਊਚਰ ਕਾਉਂਸਲਰ ਤੋਂ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਸਿਮਰਨਪ੍ਰੀਤ ਦਾ ਵਾਈਲਡ ਟੇਕ ਦਾ ਵੀਜ਼ਾ ਸਾਨੂੰ ਅੱਜ ਰਿਸੀਵ ਹੋਇਆ ਤੇ ਅਸੀਂ ਇਹਨਾਂ ਦਾ ਵੀਜ਼ਾ ਹੈਂਡਓਵਰ ਕਰ ਰਹੇ ਹਾਂ ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਾਂਗੇ ਕਿ ਵਧੀਆ ਹੈ। ਕੰਗ੍ਰੈਚੁਲੇਸ਼ਨਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸਿਮਰਨਪ੍ਰੀਤ ਕੌਰ ਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਮੇਨ ਟੇਕ ਦਾ ਵੀਜ਼ਾ ਆ ਗਿਆ ਹੈ। ਐਕਚੁਅਲੀ ਮੈਂ ਆਪਣੀ +2 ਜਿਹੜੀ ਹੈਗੀ ਆ 2016 'ਚ ਕੰਪਲੀਟ ਕੀਤੀ ਸੀਗੀ ਤੇ ਮੈਂ ਗ੍ਰੈਜੂਏਟ ਸਟੂਡੈਂਟ ਆ ਤੇ ਮੈਂ ਚਾਹੁੰਦੀ ਸੀ ਮੈਂ ਹਾਇਰ ਐਜੂਕੇਸ਼ਨ ਲਈ ਕੈਨੇਡਾ ਜਾਵਾਂ
ਤੇ ਮੈਂ ਕ੍ਰੀਏਟਿਵ ਫਿਊਚਰ ਨੂੰ ਅਪਰੋਚ ਕੀਤਾ ਤੇ ਗੁਰਪ੍ਰੀਤ ਮੈਮ ਨਾਲ ਮਿਲੀ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਮੈਨੂੰ ਬਹੁਤ ਹੈਲਪ ਕੀਤੀ ਕਾਲਜ ਸਿਲੈਕਟ ਕਰਨ ਵਿੱਚ, ਕੋਰਸ ਸਿਲੈਕਟ ਕਰਨ ਵਿੱਚ, ਤੇ ਬਹੁਤ ਹੀ ਸਮੂਥਲੀ ਜਿਹੜਾ ਹੈਗਾ ਮੇਰਾ ਪ੍ਰੋਸੈਸ ਚੱਲਿਆ ਤੇ ਹੁਣ ਮੇਰਾ ਵੀਜ਼ਾ ਆ ਗਿਆ ਮੇਨ ਟੇਕ ਦਾ ਤੇ ਮੈਂ ਬਹੁਤ ਥੈਂਕਫੁਲ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਮਾ ਕ੍ਰੀਏਟਿਵ ਫਿਊਚਰ ਕਾਉਂਸਲਰ ਤੋਂ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਹਰਪ੍ਰੀਤ ਕੌਰ ਦਾ ਸਾਨੂੰ ਵੀਜ਼ਾ ਰਿਸੀਵ ਹੋਇਆ ਹੈ ਤੇ ਜੇ ਅਸੀਂ ਇਹਨਾਂ ਦੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ +2 2020 ਚ ਪਾਸ ਆਊਟ ਨੇ ਤੇ ਓਵਰਆਲ 6 ਤੇ ਇੱਕ ਮੋਡਿਊਲ ਚ 5.5 ਤੇ ਅੱਜ ਅਸੀਂ ਇਹਨਾਂ ਨੂੰ ਇਹਨਾਂ ਦਾ ਵੀਜ਼ਾ ਹੈਂਡਓਵਰ ਕਰ ਰਹੇ ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਾਂਗੇ ਕਿਹੋ ਜਿਹਾ ਹੈ। ਕੰਗ੍ਰੈਚੁਲੇਸ਼ਨ ਹਰਪ੍ਰੀਤ। ਥੈਂਕ ਯੂ ਸੋ ਮਚ ਮੈਮ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਕੌਰ ਮੋਗਾ ਤੋਂ ਤੇ ਅੱਜ ਮੇਰਾ ਵੀਜ਼ਾ ਆ ਚੁੱਕਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੇਰੇ ਇੱਕ ਮੋਡਿਊਲ ਤੋਂ 5.5 ਬੈਂਡ ਸੀ। ਮੈਂ ਬਹੁਤ ਏਜੰਟਸ ਕੋਲ ਗਈ ਸੀ ਤੇ ਉਹਨਾਂ ਨੇ ਮੈਨੂੰ ਮਨਾ ਕਰਤਾ ਸੀ, ਬਟ ਉਸ ਤੋਂ ਬਾਅਦ ਮੈਂ ਗੁਰਪ੍ਰੀਤ ਮੈਮ ਦਾ ਲਾਈਵ ਸ਼ੋਅ ਵੇਖਿਆ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਮੈਂ ਉਹਨਾਂ ਦਾ ਸ਼ੋਅ ਵੇਖ ਕੇ ਇੱਥੇ ਵਿਜ਼ਿਟ ਕੀਤਾ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਫਾਈਨਲੀ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਸੋ ਜਿਨ੍ਹਾਂ ਵੀ ਸਟੂਡੈਂਟਸ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਹੋਵੇ, ਜਿਨ੍ਹਾਂ ਦੇ 5.5 ਮੋਡਿਊਲ ਸੀ ਤੇ ਉਹ ਇੱਥੇ ਵਿਜ਼ਿਟ ਕਰਨ ਤੇ ਮੈਮ ਬਹੁਤ ਜ਼ਿਆਦਾ ਵਧੀਆ ਗਾਈਡ ਕਰਦੇ ਨੇ। ਥੈਂਕ ਯੂ ਸੋ ਮਚ। ਇਹ ਸੀਗੇ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਸੀਂ ਵੀ ਮਨ ਦੇ ਵਿੱਚ ਕੋਈ ਸਵਾਲ ਲਈ ਬੈਠੇ ਹੋ ਤਾਂ ਇਹਨਾਂ ਤੱਕ ਡਾਇਰੈਕਟਲੀ ਰਾਬਤਾ ਕਾਇਮ ਕਰਕੇ ਫ੍ਰੀ ਆਫ ਕਾਸਟ ਕਾਉਂਸਲਿੰਗ ਜਿਹੜੀ ਆ ਉਹ ਲੈ ਸਕਦੇ ਹੋ। ਕ੍ਰੀਏਟਿਵ ਫਿਊਚਰ ਨਾਲ ਜਿੰਨੀ ਗੱਲਬਾਤ ਹੋਈ, ਉਮੀਦ ਕਰਦੇ ਹਾਂ ਤੁਹਾਡੇ ਲਈ ਲਾਈਵ ਅੰਦਰ ਹੀ ਹੋਏਗੀ। ਮੈਮ ਸ਼ੋਅ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਅਮਨ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।